एक ओंकार सतगुरु प्रसाद। परम सत्कारयोग धन धन सतगुरु रविदास जी महाराज सिटी ते विराजमान श्री श्री 108 श्री स्वामी गुरुदेव गिरी जी महाराज गुरु चरणों विच बैठी समूह सत्संग जियो। आप सब नूं जय गुरुदेव, जय श्री रविदास जी। राग मलार वाणी सतगुरु रविदास महाराज जियो के एक ओंकार सतगुरु प्रसाद। हर जपत त्यों जन्म पदम कमलास पत तास समतुल नहे आन को। एक ही एकम अनेक होए विस्तरियो। आन रे आन पर पुरुष हर जपत त्यों जन्म पदम कमलास पत तास समतुल नाहि आन को। एक ही एकम अनेक होए विस्तरियो। आन रे आन पर पुरुष श्री गुरु रविदास महाराज जी दे पावन दरबार विच जुड़ बैठी गुरु प्यारी साध संगत जीओ। सारियां संगतां नूं दस वल्लों जय गुरुदेव। सत्संग शुरू होवे उहदे तो पहला एक सूचना है। हुणे ही साडी एक मीटिंग हो रही सी तो कुछ सेवादारां दा सुझाव आया कि कई बार कईयां दे मन दे विच कई सवाल हुंदे हन जो अध्यात्मकवाद दे नाल संबंध रखदे हन जां ध्यान साधना दे नाल संबंध रखदे हन, पर उन्होंने समा नहीं मिलता कि वो अपने सवाल का जवाब पूछ सकन। वैसे तो पहला सी कदे कदे इस सवाल के जवाब तय ते रखिया होया सी, पर आम किसी का सवाल हुंदा ही नहीं सी। अगर किसी दे मन दे विच सवाल होवे, इत्थे जो साडी टीम बैठी हुंदी है, तुसीं आंदिया उन्हां नूं अपना सवाल लिख के दे सकदे हो सकदा है तुहाडा जिहड़ा सवाल होवे वो आम लोकां दा भी सवाल होवे, जिहड़ा कि आम लोकां दे विच अध्यात्मकवाद दे नाल जां ध्यान साधना दे नाल संबंधित होवे जां सिमरन दे नाल संबंधित होवे। जिहड़ा पर्सनल तुहाडे सवाल दा जवाब है वो तुहानू पर्सनल दिता जा सकता है, लेकिन जिहड़ा आम ही सवाल लोकां दे मनां दा हुंदा है उहदा जवाब असीं सत्संग च भी दे सकदे हां। इहदे तो इलावा असीं जल्दी ही अगली सूचना दे देवांगे कि महीने का एक ऐतवार जिहड़ा है
ਉਹ ਬੇਗਮਪੁਰਾ ਧਾਮ। ਕਈਆਂ ਦੀ ਸੋਚ ਹੁੰਦੀ ਹੈ ਕਦੀ ਆਊਟਿੰਗ ਹੋ ਜਾਵੇ, ਤੋ ਜੋ ਬੇਗਮਪੁਰਾ ਧਾਮ ਹੈ ਮਹੀਨੇ ਦਾ ਇੱਕ ਸਤਸੰਗ ਉੱਥੇ ਹੋ ਜਾਇਆ ਕਰੇਗਾ। ਆਮ ਤੋਂ ਸੰਗਤ ਨੂੰ ਥੋੜੀ ਮੁਸ਼ਕਲ ਆ ਸਕੇਗੀ ਇਹਦੀ, ਪਰ ਅਸੀਂ ਕੋਸ਼ਿਸ਼ ਕਰਾਂਗੇ ਐਤਵਾਰ ਜਿਹੜੀਆਂ ਸਕੂਲ ਦੀਆਂ ਬੱਸਾਂ ਹੈ, 2 ਬੱਸਾਂ ਇੱਥੋਂ ਜਾ ਕੇ ਫਿਰ ਤੁਹਾਨੂੰ ਸੰਗਤ ਨੂੰ ਇੱਥੇ ਵਾਪਸ ਛੱਡ ਦਿਆ ਕਰੇਗੀ। ਪਰ ਜਿਹੜੀ ਸੰਗਤ ਸਿੱਧਿਆਂ ਆਪਣੇ ਸਕੂਟਰ ਨੇ, ਮੋਟਰਸਾਈਕਲ ਨੇ, ਉਹ ਪਹੁੰਚ ਸਕੇ ਉਹ ਪਹੁੰਚ ਸਕਦੀ ਹੈ। ਪਰ ਇਹਦਾ ਅਸੀਂ ਅਜੇ ਦਿਨ ਨਿਸ਼ਚਿਤ ਨਹੀਂ ਕੀਤਾ ਕਿ ਕਿਸ ਦਿਨ ਜਾਂ ਕਿਸ ਐਤਵਾਰ ਇਹ ਜਿਹੜਾ ਸਤਸੰਗ ਹੈ ਧਾਮ 'ਚ ਹੋਇਆ ਕਰੇਗਾ। ਉਹ ਅਸੀਂ ਸ਼ਾਇਦ ਅਗਲੇ ਐਤਵਾਰ ਨੂੰ ਇਹ ਦੱਸ ਦੇਵਾਂਗੇ। ਇਹ ਜ਼ਰੂਰੀ ਸੂਚਨਾ ਸੀ। ਗੁਰੂ ਪਿਆਰੀ ਸਤ ਸੰਗਤ ਜੀਓ, ਪਾਠੀ ਸਾਹਿਬ ਜੀ ਨੇ ਜੋ ਸ਼ਬਦ ਲਿਆ ਗੁਰੂ ਜੀ ਦਾ, ਇਸ ਸ਼ਬਦ ਦੇ ਵਿੱਚ ਗੁਰੂ ਜੀ ਨੇ ਅਧਿਆਤਮਕਵਾਦ ਦੇ ਨਾਲ ਜੁੜਨ ਦੇ ਲਈ ਕਿਹਾ, ਹਰੀ ਨਾਮ ਜਪਣ ਲਈ ਕਿਹਾ। ਯਾਦ ਰਹੇ ਜਦੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਇਸ ਦੁਨੀਆ ਵਿੱਚ ਆਏ, ਸੰਸਾਰ ਵਿੱਚ ਆਏ, ਜਦੋਂ ਉਹਨਾਂ ਨੇ ਥੋੜੀ ਜੀ ਹੋਸ਼ ਸੰਭਾਲੀ तो ਉਹਨਾਂ ਨੇ ਦੇਖਿਆ ਕੀ ਹੈ ਕਿ ਜਿਸ ਸਮਾਜ ਵਿੱਚ ਸਤਿਗੁਰ ਜੀ ਨੇ ਜਨਮ ਲਿਆ ਹੈ, ਉਹ ਜਿਹੜਾ ਸਮਾਜ ਹੈ ਆਰਥਿਕ ਪੱਖੋਂ ਕਮਜ਼ੋਰ ਹੈ। ਲੋਕ ਉਹਨਾਂ ਨੂੰ ਸੂਦਰ ਨੀਚ ਕਹਿ ਕੇ ਪੁਕਾਰਦੇ ਹਨ। ਗੁਰੂ ਜੀ ਨੇ ਮਨ ਹੀ ਮਨ ਸੋਚਿਆ ਕਿ ਇਹ ਜਿਹੜੇ ਲੋਕ ਨੇ ਕਿ ਇਹ ਮੁੱਢ ਤੋਂ ਹੀ ਸੂਦਰ ਨੇ ਕਿ ਮੁੱਢ ਤੋਂ ਹੀ ਨੀਚ ਨੇ। ਗੁਰੂ ਜੀ ਨੇ ਜਾਣਨ ਦੇ ਲਈ ਭਾਰਤ ਦਾ ਪੁਰਾਣਾ ਇਤਿਹਾਸ ਪੜ੍ਹਿਆ। ਜਦੋਂ ਗੁਰੂ ਜੀ ਨੇ ਬਹੁਤ ਜ਼ਿਆਦਾ ਪੁਰਾਣਾ ਇਤਿਹਾਸ ਪੜ੍ਹਿਆ ਤਾਂ ਗੁਰੂ ਜੀ ਨੇ ਦੇਖਿਆ ਕੀ ਹੈ ਕਿ ਇਹ ਜਿਹੜੇ ਆਦਿਵਾਸੀ ਲੋਕ ਸਨ, ਇਹਨਾਂ ਦਾ ਜਿਹੜਾ ਪੁਰਾਣਾ ਇਤਿਹਾਸ ਸੀ ਬੜਾ ਅਮੀਰ ਵਿਰਸਾ ਸੀ ਉਹਦਾ, ਜੋ ਕਈ ਹਜ਼ਾਰ ਸਾਲ ਪਹਿਲਾਂ ਖੰਡਰ ਮਿਲੇ ਹਨ ਆਦਿਵਾਸੀ ਲੋਕਾਂ ਦੇ, ਇੱਥੋਂ ਦੇ ਮੂਲ ਨਿਵਾਸੀ ਲੋਕਾਂ ਦੇ। ਉਹ ਖੰਡਰਾਂ ਤੋਂ ਪਤਾ ਲੱਗਦਾ ਹੈ, ਜਿਸ ਤਰ੍ਹਾਂ ਮਹਿੰਜੋਦੜੋ ਹੜੱਪਾ ਸਭਿਅਤਾ ਇਹ ਦੱਸਦੀ ਹੈ ਕਿ ਇਹਨਾਂ ਦੇ ਕਈ ਹਜ਼ਾਰ ਸਾਲ ਪਹਿਲਾਂ ਵੀ ਘਰ ਪੱਕੀਆਂ ਇੱਟਾਂ ਦੇ ਸਨ। ਜਦੋਂ ਕਈ ਹਜ਼ਾਰ ਸਾਲ ਪਹਿਲਾਂ ਪੱਕੀਆਂ ਇੱਟਾਂ ਦੇ ਸਨ तो गुरु प्यारी सत संगत जीओ, पक्कियां नालियां सन, लेकिन अज इन्हां दी हालत बड़ी ही तरसजोग हो गई है। गुरु जी ने साडी हालत नूं लिखिया है कि नरपत एक सिंहासन सोया, सपने पिया भिखारी, असत राज बिसरत दुख पाया, सोगत पई हमारी। नरपत एक सिंहासन सोया, जिस तरह कोई राजा किसी सिंहासन ते बैठा होया हुंदा, अनेका ही नौकर चाकर उस राजा दे हुक्म दी उडीक च हुंदे ने।
ਕੋਈ ਰਾਜਾ ਨੂੰ ਪੱਖਾ ਝੁਲਾ ਰਿਹਾ ਹੈ, ਕੋਈ ਰਾਜਾ ਦੇ ਪੈਰ ਦਬਾ ਰਿਹਾ ਹੈ। ਰਾਜਾ ਨੂੰ ਬੜਾ ਸੁੱਖ ਹੈ। ਇਸ ਸੁੱਖ 'ਚ ਰਾਜਾ ਦਾ ਫਰਜ਼ ਸੀ ਉਹ ਜਾਗਦਾ ਵੀ ਰਹਿੰਦਾ, ਪਰ ਰਾਜਾ ਵਿਚਾਰਾ ਸੌਂ ਜਾਂਦਾ। ਜਦੋਂ ਰਾਜਾ ਸੌਂ ਜਾਂਦਾ ਹੈ, ਰਾਜਾ ਨੂੰ ਸੁਪਨਾ ਆਉਂਦਾ ਹੈ। ਸੁਪਨੇ ਦੇ ਵਿੱਚ ਉਹ ਭਿਖਾਰੀ ਬਣ ਜਾਂਦਾ ਹੈ ਤੇ ਭਿਖਾਰੀ ਬਣ ਕੇ ਦਰ ਤੋਂ ਦਰ ਮੰਗਣ ਜਾਂਦਾ ਹੈ ਤੇ ਮੰਗਿਆ ਉਹਨੂੰ ਕੋਈ ਵੀ ਖੈਰ ਨਹੀਂ ਪਾਉਂਦਾ। ਲੋਕ ਕਹਿੰਦੇ ਨੇ ਤੂੰ ਇਤਨਾ ਤਕੜਾ ਹੈ, ਤੇਰੇ ਕੋਲੋਂ ਕਮਾਈ ਨਹੀਂ ਜਾਂਦੀ, ਤੈਨੂੰ ਮੰਗਦੇ ਨੂੰ ਸ਼ਰਮ ਨਹੀਂ ਆਂਦੀ। ਉਹ ਵਿਚਾਰਾ ਦੁਖੀ ਹੁੰਦਾ ਹੈ, ਪਰ ਇਹ ਦੁੱਖ ਉਸ ਨੂੰ ਕਿਤਨੀ ਦੇਰ ਤੱਕ ਹੈ, ਜਿਤਨੀ ਦੇਰ ਤੱਕ ਉਹ ਸੁੱਤਾ ਹੋਇਆ ਹੈ। ਅਗਰ ਕਿਤੇ ਉਹ ਜਾਗ ਪੈਂਦਾ ਤਾਂ ਕੀ ਦੇਖਦਾ ਹੈ? ਉਹ ਭਿਖਾਰੀ ਨਹੀਂ ਹੈ, ਉਹ ਰਾਜੇ ਦਾ ਰਾਜਾ ਹੈ। ਸੋਗਤ ਪਈ ਹਮਾਰੀ, ਉਹੀ ਹਾਲਤ ਸਾਡੀ ਹੋਈ ਪਈ ਹੈ। ਅਸੀਂ ਵੀ ਰਾਜੇ ਹੀ ਸਾਂ, ਲੇਕਿਨ ਅਗਿਆਨਤਾ ਦੀ ਨੀਂਦ ਵਿੱਚ ਸੌਂਗੇ ਹੋਏ ਹਾਂ। ਅਗਿਆਨਤਾ ਦੀ ਨੀਂਦ 'ਚ ਸੌਣ ਨਾਲ ਹੀ ਸਾਡੀ ਹਾਲਤ ਭਿਖਾਰੀਆਂ ਵਰਗੀ ਬਣੀ ਹੋਈ ਹੈ। ਇਹ ਅਗਿਆਨਤਾ 'ਚ ਪੈ ਕੇ ਸਭ ਤੋਂ ਪਹਿਲਾਂ ਇਹ ਨਸ਼ਿਆਂ 'ਚ ਪਿਆ, ਚਾਹੇ ਨੂੰ ਪਾਤਾ ਚਾਹੇ ਪੈ ਗਿਆ। ਅੱਜ ਤੱਕ ਦਾ ਹਰ ਮੁਲਕ ਦਾ ਇਤਿਹਾਸ ਰਹਾ ਹੈ, ਚਾਹੇ ਉਹ ਇਤਿਹਾਸ ਭਾਰਤ ਦੇ ਮੂਲ ਨਿਵਾਸੀਆਂ ਦਾ ਲੈ ਲਵੋ, ਚਾਹੇ ਆਸਟ੍ਰੇਲੀਆ ਦੇ ਨੈਟਵਾਂ ਦਾ ਲੈ ਲਵੋ, ਚਾਹੇ ਕੈਨੇਡਾ ਦੇ ਸਾਊਥ ਇੰਡੀਅਨ ਦਾ ਲੈ ਲਵੋ। ਜੋ ਮੂਲ ਨਿਵਾਸੀ ਨੇ ਕੈਨੇਡਾ ਦੇ, ਉਹ ਸਾਊਥ ਇੰਡੀਅਨ ਵਰਗੇ ਉਹਨਾਂ ਦੇ ਰੰਗ ਨੇ, ਇਸ ਕਰਕੇ ਉਹਨਾਂ ਨੂੰ ਸਾਊਥ ਇੰਡੀਅਨ ਕਹਿ ਦਿੰਦੇ ਨੇ। ਚਾਹੇ ਉਹਨਾਂ ਦੀ ਗੱਲ ਲੈ ਲਵੋ, ਇਹਨਾਂ ਸਭਨਾ ਲੋਕਾਂ ਨੂੰ ਗੁਲਾਮ ਬਣਾਉਣ ਲਈ ਬਾਹਰੋਂ ਆਏ ਲੋਕਾਂ ਨੇ ਇੱਕੋ ਇੱਕ ਤਰੀਕਾ ਵਰਤਿਆ, ਉਹ ਸਨ ਨਸ਼ੇ। ਇਹਨਾਂ ਨੂੰ ਨਸ਼ਿਆਂ 'ਚ ਲਗਾ ਦਿੱਤਾ। ਨਸ਼ਿਆਂ 'ਚ ਪੈਣ ਕਰਕੇ ਇਹ ਅਗਿਆਨਤਾ 'ਚ ਪੈ ਗਏ, ਕਿਉਂਕਿ ਜਿੱਥੇ ਨਸ਼ੇ ਆ ਜਾਂਦੇ ਨੇ ਉੱਥੇ ਸੋਚ ਦੀ ਕਮੀ ਆ ਜਾਂਦੀ ਹੈ। ਕਈ ਵਾਰੀ ਕਈ ਸੋਚਦੇ ਨੇ ਕਿ ਇਹ ਥੋੜਾ ਜਿਹਾ ਨਸ਼ਾ ਕਰਨ ਦੇ ਨਾਲ ਕੋਈ ਫਰਕ ਪੈਣ ਵਾਲਾ ਨਹੀਂ ਹੈ, ਪਰ ਇੱਕ ਮੈਡੀਕਲ ਸਾਇੰਸ ਵੀ ਇਹ ਗੱਲ ਕਹਿੰਦੀ ਹੈ ਕਿ ਇੱਕ ਵਾਰੀ ਸ਼ਰਾਬ ਪੀਣ ਦੇ ਨਾਲ, ਇੱਕ ਵਾਰੀ ਨਸ਼ਾ ਕਰਨ ਦੇ ਨਾਲ ਇਨਸਾਨ ਦਾ ਜਿਹੜੀ ਸੋਚ ਹੈ, ਬ੍ਰੇਨ ਹੈ, ਇਹਦਾ 10,000 ਸੈੱਲ ਡੈਡ ਹੁੰਦਾ ਹੈ। ਬੇਸ਼ੱਕ ਸਾਡਾ ਦਿਮਾਗ ਅਰਬਾਂ ਖਰਬਾਂ ਸੈੱਲਾਂ ਦਾ ਬਣਿਆ ਹੋਇਆ ਹੈ, ਪਰ ਜਿਉਂ-ਜਿਉਂ ਨਸ਼ੇ ਕਰੀ ਜਾਵਾਂਗੇ ਤਿਉਂ-ਤਿਉਂ ਇਹਦੀ ਸੋਚ 'ਚ ਕਮੀ ਆਂਦੀ ਜਾਏਗੀ। ਹੁਣ ਇਹ ਨਸ਼ੇ ਛੱਡੇ ਕਿਸ ਤਰ੍ਹਾਂ? ਅੱਜ ਵੀ ਤੁਸੀਂ ਦੇਖਿਆ ਹੋਏਗਾ ਜਗ੍ਹਾ ਜਗ੍ਹਾ ਤੇ ਨਸ਼ੇ ਛਡਾਊ ਕੇਂਦਰ ਖੁੱਲੇ ਹੋਏ ਹਨ। ਨਸ਼ੇ ਛਡਾਉਣ ਦੇ ਲਈ ਉੱਥੇ ਉਹਨੂੰ ਭਰਤੀ ਕਰਦੇ ਨੇ। ਜਿਹੜਾ ਵੀ ਨਸ਼ੇ ਕਰਦਾ ਤੇ ਥੋੜਾ ਜਿਹਾ ਉਹਨੂੰ ਅਲੱਗ ਕਿਸਮ ਦਾ ਨਸ਼ਾ ਦਿੱਤਾ ਜਾਂਦਾ ਹੁੰਦਾ, ਉਹ ਵੀ ਨਸ਼ਾ ਹੀ ਹੈ। ਜਦੋਂ ਉਹ ਨਸ਼ਾ ਦਿੱਤਾ ਜਾਂਦਾ ਤੇ ਆਸਤਾ ਆਸਤਾ ਉਹਦੀ ਇਹ ਨਸ਼ੇ ਦੀ ਲੱਤ ਸੁੱਟ ਜਾਂਦੀ। ਪਰ ਗੁਰੂ ਜੀ ਨੇ ਕੁਝ ਹੋਰ ਕਿਹਾ। ਉਹਨਾਂ ਨੇ ਕਿਹਾ ਇਹ ਨਸ਼ਾ ਛੱਡ ਕੇ ਉਹ ਨਸ਼ਾ ਲਾ ਲਿਆ, ਹੈ ਤੇ ਨਸ਼ਾ। ਉਹਨਾਂ ਨੇ ਕਿਹਾ ਨਹੀਂ, ਉਹਨਾਂ ਨੇ ਇੱਕ ਐਸਾ ਨਸ਼ਾ ਦਿੱਤਾ ਜਿਹੜਾ ਨਾ ਤੇ ਇਨਸਾਨ ਦੀ ਸਿਹਤ ਖਰਾਬ ਕਰੇ, ਨਾ ਹੀ ਉਹ ਨਸ਼ਾ ਕਦੀ ਉਤਰੇ। तो गुरु जी ने क्या, रविदास मदरा मत पेजिए जो चढ़े चढ़े उतराए,
ਨਾਮ ਮਹਾਰਸ ਪੀਜੀਏ ਜੋ ਚੜੇ ਨਾ ਉਤਰਾਏ। ਉਹ ਨਸ਼ੇ ਨਹੀਂ ਕਰਨੇ ਜਿਹੜੇ ਚੜਦੇ ਐ ਉਤਰ ਜਾਂਦੇ ਐ। ਗੁਰੂ ਜੀ ਕਹਿੰਦੇ ਆਓ ਤੁਹਾਨੂੰ ਮੈਂ ਉਹ ਨਸ਼ਾ ਦਿੰਦਾ ਹਾਂ ਜਿਹੜਾ ਕਦੇ ਵੀ ਉਤਰੇਗਾ ਨਹੀਂ। ਦੁਨਿਆਵੀ ਨਸ਼ਿਆਂ ਦੇ ਨਾਲ ਇਨਸਾਨ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਨਾਮ ਦਾ ਨਸ਼ਾ ਗ੍ਰਹਿਣ ਕਰਨ ਦੇ ਨਾਲ ਤੇਰੇ 'ਚ ਤੰਦਰੁਸਤੀ ਆਵੇਗੀ। ਧਿਆਨ ਸਾਧਨਾ ਦੇ ਨਾਲ ਇਨਸਾਨ 'ਚ ਤੰਦਰੁਸਤੀ ਆਂਦੀ ਹੈ। ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਦਾ ਹੈ ਇਨਸਾਨ। ਫਿਰ ਦੁਨਿਆਵੀ ਨਸ਼ੇ ਕਰਨ ਦੇ ਨਾਲ ਘਰ 'ਚ ਦਲਿੱਦਰੀ ਪੈਂਦੀ ਹੈ, ਪਰ ਗੁਰੂ ਜੀ ਕਹਿੰਦੇ ਜਿਹੜਾ ਮੈਂ ਤੈਨੂੰ ਨਸ਼ਾ ਦੇਵਾਂਗਾ ਇਹਨੂੰ ਗ੍ਰਹਿਣ ਕਰਨ ਦੇ ਨਾਲ ਤੇਰੇ 'ਚ ਦਲਿੱਦਰੀ ਨਹੀਂ ਆਵੇਗੀ, ਬਲਕਿ ਤੇਰੇ 'ਚ ਖੁਸ਼ੀ ਆਵੇਗੀ, ਘਰ 'ਚ ਖੁਸ਼ਹਾਲੀ ਆਵੇਗੀ। ਇਸ ਕਾਰਨ ਗੁਰੂ ਜੀ ਨੇ ਸਾਨੂੰ ਪ੍ਰਭੂ ਨਾਮ ਜਪਣ ਲਈ ਕਿਹਾ। ਉਹਨਾਂ ਨੇ ਕਿਹਾ ਹਰ ਜਪਤ ਤਿਉ ਜਨਾ ਪਦਮ ਕਵਲਾਸ ਪਤ ਤਾਸ ਸਮਤੁਲ ਨਹੀਂ ਆਨ ਕੋ। ਏਕ ਹੀ ਏਕ ਅਨੇਕ ਹੋਏ ਬਿਸਤਰਿਓ ਆਨ ਰੇ ਆਨ ਭਰਪੂਰ ਸੋ। ਐ ਜੀਵ ਤੂੰ ਹਰੀ ਦਾ ਨਾਮ ਜਪ। ਉਹ ਨਾਮ ਜਪਣ ਦੇ ਨਾਲ ਤੇਰੇ ਵਿੱਚ ਇਤਨੀ ਮਹਾਨਤਾ ਆ ਜਾਵੇਗੀ। ਪਦਮ ਵਿਸ਼ਨੂੰ ਨੂੰ ਕਿਹਾ, ਕਵਲਾਸਪਤ ਕਵਲਾਸ ਦਾ ਪਤੀ, ਪਾਰਬਤੀ ਦਾ ਪਤੀ ਸ਼ਿਵ ਨੂੰ ਕਿਹਾ। ਗੁਰੂ ਜੀ ਕਹਿੰਦੇ ਨੇ ਜੇਕਰ ਤੂੰ ਹਰੀ ਨਾਮ ਜਪ ਲੇਗਾ तो इतना महान हो जाएगा कि तेरा मुकाबला ना तो पार्वती दा पति शिव कर सकेगा ना विष्णु कर सकेगा। तू ब्रह्मा विष्णु महेश तो भी महान हो जाएगा। कई सोचते ने कि यह नहीं हो सकता। एक आम इंसान ब्रह्मा विष्णु महेश तो महान हो जाएगा? नहीं, इस तरह नहीं होता। गुरु जी कहते तेनू नहीं यकीन आया? जे नहीं आया तो मैं तेनू दसदा। रे चित चेत चेत अचेत काहे ना बाल्मीकै देख। ओ कह जात ते कह पद अमरियो राम भगत बसेक। जेकर तेनू यकीन नहीं आया तो महर्षि स्वामी वाल्मीकि जी दी मिसाल देख। ओ कह जात ते कह पद अमरियो, किस जाति दे सन, कितनी उच्ची पदवी नू पा गए। इतिहास गवाह है कि प्रभु राम ने अजे पैदा होना सी तो महर्षि स्वामी वाल्मीकि जी ने पहला ही रामायण लिख दी और जो कुछ उन्होंने रामायण च लिखिया राजा राम जी नू ओह कुछ करना पिया। गुरु जी इत्थे ही बस नहीं करते, कहते ने एक ही एक अनेक होए बिस्तरियो आन रे आन भरपूर सो। कि रब एक है, अनेकां दे विच समाया होया। रब एक है लेकिन साडे सबना दे विच समाया होया है। जेड़ा नाम जप लैंदा वो अपने च मालिक नू प्रगट कर लैंदा। जदों अपने चों मालिक नू प्रगट कर लैंदा ते फिर वो ये गल मालिक नू कह दिंदा
कि तोही मोही मोही तोही अंतर कैसा कनक कटक जल तरंग जैसा। मालिका मैं ये जान लिया, मैं ये समझ लिया, तेरे और मेरे और तेरे च कोई भी फर्क नहीं है। इस आदमी नू, इस मनुष्य नू पता लग गया कि मैं रब रूप हाँ नाम जप के। हुण इनू ये नहीं रहा कि मैं गरीब हाँ, नी माना हाँ, नी ताना हाँ। इनू पता लग गया कि नहीं, मैं रब रूप हाँ, मैं महान हाँ। इदा मनोबल वध जांदा है। इस कारण गुरु जी ने सब तो पहला सानू प्रभु भगती नाल जोड़िया। एक गुण होर आ जांदा है नाम जपण नाल। इहदे नाल इंसान दे विचों अहम खत्म हो जांदा है, हंकार खत्म हो जांदा है और दया भावना आ जाती है। गुरु प्यारी साध संगत जीओ, इहदे चों अहम खत्म हो जाता है, हंकार खत्म हो जाता है, दया भावना आ जाती है, जिस करके साडा समाजिक जीवन बहुत वधिया हो जाता है। बहुत सारे जिहड़े लोग वहमी हो जाते ने, हंकारी हो जाते ने, केवल इथे आन करके गल नहीं बननी, नाम जपन करके गल बननी है। नाम नाल जुड़ना है आसान ने, फिर साडे च ये गुण आ जाएंगे, साडे च निमरता आ जाएगी, दीनता आ जाएगी। ये साडे जीवन दे सिंगार हन। दीनता, निमरता, मिठास, इहदे नाल साडा जीवन सिंगारिया जांदा है। इस करके नाम जपण लई गुरु जी ने बार बार कहा सन। तो असी नाम नाल जुड़ना होवेगा, प्रभु नाल जुड़ना होवेगा। पासा जी अपनी बाणी च अगे आऊं फरमाउंदे हन, जाके भगवत लेखिए आवर नहीं पेखिए। तास की जात आछो पची पाऊं। व्यास में लेखिए सनक में पेखिए। नाम की नाम ना सपत दे पाऊं। जाके भागवत लेखिए आवर नहीं पेखिए। तास की जात आछो पची पाऊं। व्यास में लेखिए सनक में पेखिए। नाम की नाम ना सपत दी पाऊं। नाम जप की कितनी महानता आ जाती है। सतगुरु रविदास जी ने सतगुरु नामदेव जी की मिसाल दी है। सतगुरु नामदेव जी जिन्हां दा इतिहास कई बारी दास ने पहला कहता है, जिन्हां ने मंदिर नूं ही कमाता। फिर सतगुरु जी ने व्यास देव जी की मिसाल दी है। व्यास देव जी बड़े विद्वान हुए हैं, बहुत वड्डे टीकाकार हुए हैं। सनक जी ब्रह्मा दे लड़के हुए हैं। ब्रह्मा जी इन्हां दे गुरु भी सनक जी दे सूदर सन। व्यास देव जी खुद
शूद्र सन कितने महान होए। इस सारी महानता कादे नाल मिली? नाम दे नाल। नाम की नामना सपत दीपा। सारे दीपां दे विच नाम प्रसिद्ध कर दिंदी है। फिर गुरु जी जिन्हां जिन्हां ने नाम जपिया उन्हां दी महानता कहंदे होए अपनी बाणी च अगे होर फरमाउंदे हन। जाकी ईद बकरीद कुल गौरे भद कर मानिए सेक सहेद पीरा। जाके बाप वैसे करी पुत ऐसी सरी। त्योरे लोक पर सिद्ध कबीरा। जाके ईद बकरीद कुल गौरी वद कर है मानिए सेक सईद पीरा। जाके बाप वैसी करी पुत ऐसी सरी। त्योरे लोक पर सिद्ध कबीरा। जाके ईद बकरीद कुल गौरे बद करे मानिए सेख शहीद पीरा। गुरु जी अपनी बाणी दे विच हुण उन्हां लोकां दी गल करदे ने जिन्हां नाल कदे गल करन दा समां मिले कि तुसी भी नाम जपो तो कह दिंदे ने साडा तां परिवार नहीं चंगा, मेरा समाज नहीं चंगा, मेरा महकमा नहीं चंगा। आम ही साडा बहाना हुंदा, मेरा महकमा नहीं चंगा, मेरी सोसाइटी नहीं चंगी। सतगुरु जी कहंदे ने जेकर तू कहना कि मेरा महकमा नहीं चंगा, मेरी सोसाइटी नहीं चंगी, तो एक तेरा बहाना है। आ मैं तेनू दसना, जाके ईद बकरीद कुल गौरे बद करे मानिए सेख शहीद पीरा। जिस कुल दे लोग ईदां बकरीदां मनांदे रहे, जिस तरह हिंदुआं च त्योहार है दीपावली दा, दुसहरे दा, सिखां दा त्योहार है विसाखी दा, गुरु नानक देव दा जन्म दिन कतक दी पुन्निया दा। जिस तरह साडा इतिहास है 14 अप्रैल बाबा साहब अम्बेडकर दा जन्म दिन, गुरु रविदास जन्म दिन। जिस तरह बुद्धियां दा त्योहार है बुद्ध पूर्णिमा, इसी तरह मुसलमानां दी त्योहार ने। ईद और बकरीद और उन्हां दे विच एक होर रीत है मुसलमानां च, बच्चा जन्म लवे ते जवान होए तो ओदी सुनत करनी। सतगुरु रविदास जी कहंदे ने ओ ईद बकरीद मनाउण वाली कुल दे विच नीरू नाम दा एक व्याख्ती पैदा होया, जिदे कर सतगुरु कबीर जी ने जन्म लिया। सतगुरु कबीर जी जदों वड्डे होए तो अपनी रीत अनुसार ओदी सुनत करनी है। ईद आई ते पिता ने ईद मनाउण दे लई अपने समाज नूं बुला लिया
ਤੇ ਬੇਟੇ ਦੀ ਜਨਮ ਦੀ ਖੁਸ਼ੀ 'ਚ ਇੱਕ ਗਊ ਮੰਗਵਾ ਲਈ। ਸਤਿਗੁਰ ਕਬੀਰ ਸਾਹਿਬ ਜਾਣਦੇ ਸਨ ਕਿ ਗਊ ਕਾਹਦੇ ਲਈ ਮੰਗਵਾਈ ਹੈ, ਪਰ ਫਿਰ ਵੀ ਜਦੋਂ ਕਬੀਰ ਮਹਾਰਾਜ ਜੀ ਦਾ ਸਮਾਜ ਇਕੱਠਾ ਹੋਇਆ तो कबीर महाराज जी ने अपने पिता जी नूं सवाल कर दिता, ऐ मेरे पिता, ऐ जिहड़ी तुसी गऊ लियांदी हुई है, ये ना तां दुध दिंदी है ना सून वाली है, ये कादे लई लियांदी हुई है। तो पिता कहन लगा, बेटा ये दुध लई नहीं लियांदी, बल्कि इहदी कुर्बानी देनी है। पिता जी कादे लई? सिखां शहीदां पीरां नूं खुश करन दे लई। ओ मेरे पिता, ए ईदां बकरीदां ते गौवां दियां कुर्बानियां देण लई कि सिख शहीद पीर खुश नहीं हुंदे। जदों पिता ने कहा ना एक कुर्बानी देनी है सिखां शहीदां पीरां नूं खुश करन दे लई, तो सतगुर कबीर जी कहन लगे, ओ मेरे पिता, सिख शहीद पीर गौवां दियां कुर्बानियां ते खुश नहीं हुंदे। अगर मेरे पिता उन्हां नूं खुश करना है तो अपने अवगुणां दी कुर्बानी देनी पवेगी। अपने अवगुणां दियां कुर्बानियां देवो। जदों सतगुर कबीर महाराज जी ने ये गल कही तो सतगुर कबीर जी दा पूरा समाज जानवरां दियां कुर्बानियां देन तो तौबा कर गया और सोच बन गई कि वाकया अवगुणां दियां कुर्बानियां देनियां हन। अज लोक प्रसिद्ध कबीराज कबीर जी दा समाज पूरी दुनिया दे विच भगत समाज कहलांदा है। एक ने अपने आप नूं बदलिया, पूरा समाज बदल गया। सो गुरु प्यारी सा संगत जीओ, असी अपने आप नूं बदलना है। असी कुर्बानियां देनियां अपने विकारां दियां, अपने अवगुणां दियां। असी गुरु चरना चाहे हां तो आकर के कई चीजां दा चढ़ावा चाढ़दे हां। वैसे ते गुरु जी ने कहा, तन मन अर्पियो पूज चढ़ावो, कि अपना तन मन दा चढ़ावा चाढ़ो। तपो स्थान दे अंदर लिखिया होया, मैं को वहीं छोड़ दे, जहीं छोड़ दे, कि मैनू लियांदा इत्थे ही सुट छड्ड जानी है, इनू साथ लैके नहीं जाना। विकारां नू साथ लैके असी नहीं जाना, अवगुणां नू साथ लैके नहीं जाना। कोशिश करनी है असी विकारां दी कुर्बानी दे जाइए, दीए। तो गुरु प्यारी सा संगत जी, जिन्हां ने अपने विकारां दियां कुर्बानियां दीतियां, कोशिश करनी है असी पूरी पूरी कि साडे च कोई विकार ना रहे, ना हंकार रहे, ना क्रोध रहे। साडे च निमरता दीनता आ जाए, ताकि गुरु प्यारी सा संगत जी असी विकारां तो रहित पवित्र जिंदगी जीए। तो जदों असी विकारां तो रहित होकर के नाम नाल जुड़ जाएंगे, असी अपने आप ही महान हो जावांगे। गुरु जी ने कहा, तू ऐ ना सोच कि मेरा महकमा नहीं चंगा, मेरा परिवार नहीं चंगा, तू अपने आप नू चंगिया बना, तेरा महकमा आपे ही चंगा हो जाना है, तेरा परिवार आपे ही चंगा बन जाएगा। बस अपने आप नू असी चंगिया बनाना है, फिर सारी दुनिया चंगिया दी लभेगी। कोई राजा सी, उन्हें कहा कि मेरा पूरा देश गरीन गरीन हो जाए। उन सारे गरीन रंग करवा दिता,
ਕਾਲ ਵਾਤਾ ਲੇਕਿਨ ਫਿਰ ਵੀ ਤੇ ਪੂਰਾ ਗਰੀਨ ਨਹੀਂ ਹੋ ਪਾਂਦਾ। ਬੜੇ ਰਾਜਾ ਨੇ ਸਾਰਿਆਂ ਨੂੰ ਦੁਖੀ ਕਰਤਾ ਕਿ ਮੈਨੂੰ ਕਿਤੇ ਕੋਈ ਹੋਰ ਚੀਜ਼ ਨਜ਼ਰ ਨਹੀਂ ਆਣੀ ਚਾਹੀਦੀ, ਗਰੀਨ ਹੀ ਗਰੀਨ ਹੋ ਜਾਏ। ਵਜ਼ੀਰ ਇੱਕ ਕਹਿਣ ਲੱਗਾ ਕਿ ਰਾਜਾ ਬਿਲਕੁਲ ਵਹਿਮ ਚ ਪੈ ਗਿਆ, ਹੁਣ ਸਾਰਾ ਕੁਝ ਗਰੀਨ ਕਰਨਾ ਬੜਾ ਮੁਸ਼ਕਲ ਹੈ। ਉਹਦੇ ਮਨ ਚ ਇੱਕ ਸੋਚ ਆਈ। ਉਹਨੇ ਕਿਹਾ ਰਾਜੇ ਨੂੰ ਕਿ ਮੈਂ ਪੂਰੀ ਦੁਨੀਆ ਗਰੀਨ ਕਰ ਦਵਾਂਗਾ, ਪਰ ਇਹ ਚਸ਼ਮਾ ਤੁਹਾਨੂੰ ਪਹਿਨਿਆ ਨਾ ਪੇ ਕਰੇਗਾ। ਕਹਿੰਦਾ ਮੈਂ ਚਸ਼ਮਾ ਪਹਿਨ ਲੈਣਾ। ਉਹਨੇ ਚਸ਼ਮਾ ਪਹਿਨਿਆ ਤਾਂ ਪੂਰਾ ਹੀ ਉਹਨਾਂ ਨੂੰ ਗਰੀਨ ਦਿਸਣ ਲੱਗ ਪਿਆ। ਅਸਲ ਚ ਉਹ ਚਸ਼ਮਾ ਹੀ ਗਰੀਨ ਸੀ। ਇਸੇ ਤਰ੍ਹਾਂ ਜਦੋਂ ਸਾਡਾ ਮਨ ਚੰਗਾ ਹੋ ਗਿਆ ਤਾਂ ਸਾਨੂੰ ਸਾਰੇ ਹੀ ਚੰਗੇ ਨਜ਼ਰ ਆਉਣ ਲੱਗ ਪੈਣਗੇ। ਕਈ ਵਾਰੀ ਮੈਨੂੰ ਲੱਗਦਾ ਹੈ ਕਿ ਕਈ ਵਿਚਾਰੇ ਕਿਸੇ ਤੇ ਕੋਈ ਵਹਿਮ ਕਰਦੇ, ਕਿਸੇ ਤੇ ਕੋਈ, ਅਸਲ ਚ ਉਹ ਬੁਰਾਈਆਂ ਚ ਖੁਦ ਉਹਨਾਂ ਚ ਹੁੰਦਾ। ਉਹ ਚੋੜ ਦੀ ਦਾੜੀ ਵਿੱਚ ਤਿਨਕੇ ਵਾਲੀ ਗੱਲ ਹੋ ਜਾਂਦੀ। ਜਦੋਂ ਅਸੀਂ ਚੰਗੇ ਹੋ ਜਾਾਂਗੇ ਸਾਨੂੰ ਪੂਰੀ ਦੁਨੀਆ ਚੰਗਿਆਂ ਦੀ ਨਜ਼ਰ ਆਏਗੀ, ਵਧੀਆ ਲੋਕਾਂ ਦੀ ਨਜ਼ਰ ਆਏਗੀ। ਅਸੀਂ ਕਿਸੇ ਚ ਵੀ ਕੋਈ ਅਵਗੁਣ ਨਹੀਂ ਕੱਢਾਂਗੇ। ਤੂੰ ਆਪਣੇ ਆਪ ਨੂੰ ਚੰਗਿਆਂ ਗੁਰੂ ਜੀ ਕਹਿੰਦੇ ਬਣਾ, ਫਿਰ ਤੇਰਾ ਮਹਿਕਮਾ ਆਪੇ ਹੀ ਚੰਗਾ ਹੋ ਜਾਏਗਾ, ਤੇਰੀ ਸੁਸਾਇਟੀ ਆਪੇ ਹੀ ਚੰਗਿਆਂ ਹੋ ਜਾਏਗੀ ਜਦੋਂ ਪਹਿਲਾਂ ਤੂੰ ਆਪਣੇ ਆਪ ਨੂੰ ਚੰਗਿਆਂ ਬਣਾਏਗਾ। ਤੋ ਅਸੀਂ ਸਤਿਗੁਰੂ ਰਵਿਦਾਸ ਜੀ ਦੇ ਸੇਵਾਦਾਰ ਹਾਂ। ਅਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਚੰਗਿਆਂ ਬਣਾਣਾ। ਕੋਈ ਚੰਗਾ ਬਣੇ ਚਾਹੇ ਨਾ ਬਣੇ, ਲੇਕਿਨ ਅਸੀਂ ਆਪਣੇ ਆਪ ਨੂੰ ਚੰਗਿਆਂ ਬਣਾਣਾ, ਆਪਣੇ ਆਪ ਨੂੰ ਵਧੀਆ ਬਣਾਣਾ। ਇਹ ਗੁਰੂ ਜੀ ਨੇ ਕਿਹਾ। ਪਾਤਸ਼ਾਹ ਜੀ ਫਿਰ ਆਪਣੀ ਬਾਣੀ ਚ ਅੱਗੇ ਫਰਮਾਉਂਦੇ ਹਨ, ਜਾ ਕੇ ਕੁਟੰਬ ਕੇ ਟੇੜ ਸਭ ਟੋਰ ਟਵੰਤ ਫਿਰੈ, ਆਜੋ ਹੀ ਬਨਾਰਸੀ ਆਸ ਪਾਸਾ, ਆਚਾਰ ਸਹਿਤ ਵਿਪਰਮ ਕਰਹਿ ਡੰਡੋਤ, ਤਿਨ ਤਨੈ ਰਵਿਦਾਸ ਦਸਾਨ ਦਾਸਾ, ਜਾ ਕੇ ਕੁਟੰਬ ਕੇ ਟੇੜ ਸਭ ਟੋਰ ਟਮਤ ਫਿਰੈ, ਅਜੋ ਹੀ ਬਨਾਰਸੀ ਆਸ ਪਾਸਾ, ਆਚਾਰ ਸਹਿਤ ਵਿਪਰਮ ਕਰਹਿ ਡੰਡੋਤ, ਤਿਨ ਤਨੈ ਰਵਿਦਾਸ ਦਸਾਨ ਦਾਸਾ। ਸਤਿਗੁਰ ਰਵਿਦਾਸ ਜੀ ਹੁਣ ਆਪਣੀ ਕਹਾਣੀ ਸੁਣਾ ਰਹੇ ਨੇ। ਗੁਰੂ ਜੀ ਨੇ ਕਹਿਤਾ ਨਾਮ ਜਪ ਕੇ ਤੁਸੀਂ ਮਹਾਨ ਹੋ ਸਕਦੇ ਹੋ। ਕੌਣ ਕੌਣ ਮਹਾਨ ਹੋਇਆ? ਸਤਿਗੁਰ ਰਵਿਦਾਸ ਜੀ ਨੇ ਕਿਹਾ ਨਾਮਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੇ। ਸਤਿਗੁਰ ਨਾਮਦੇਵ ਜੀ, ਸਤਿਗੁਰ ਕਬੀਰ ਜੀ, ਸਤਿਗੁਰ ਜੀ ਸਦਨਾ ਜੀ, ਸਤਿਗੁਰ ਸੈਨ ਜੀ। ਸਤਿਗੁਰ ਜੀ ਕਹਿੰਦੇ ਨੇ ਇਹ ਤਾਂ ਲੋਕਾਂ ਦੀ ਕਹਾਣੀ ਸੀ, ਜਗ ਬੀਤੀ ਸੀ। ਆਓ ਮੈਂ ਹੱਡ ਬੀਤੀ ਦੱਸਾਂ, ਆਪਣੇ ਆਪ ਨਾਲ ਜੋ ਬੀਤੀ ਹੈ ਦੱਸਾਂ। ਮੈਂ ਉਸ ਜਾਤੀ 'ਚ ਜਨਮ ਲਿਆ ਜਿਸ ਜਾਤੀ ਦੇ ਅੱਜ ਵੀ ਲੋਕ ਬਨਾਰਸ ਦੇ ਆਸ-ਪਾਸ ਮਰੇ ਹੋਏ ਪਸ਼ੂਆਂ ਦੇ ਚਮੜੇ ਦਾ ਕੰਮ ਕਰਦੇ ਨੇ, ਜੋ ਚਮੜੇ ਦਾ ਕੰਮ ਕਰਦੇ ਨੇ। ਮੈਂ ਉਸ ਜਾਤੀ 'ਚ ਜਨਮ ਲਿਆ ਸੀ, ਲੇਕਿਨ ਮੈਂ ਆਪਣੇ 'ਚ ਗੁਨਾਹ ਨੂੰ ਲਿਆਂਦਾ, ਕੁਆਲਿਟੀ ਨੂੰ ਲਿਆਂਦਾ। ਤੇ ਅਬ ਵਿਪਰ ਪ੍ਰਦਾਨ ਕਰੇ ਡੰਡੋਤ। ਹੁਣ ਬੜੇ ਬੜੇ ਪ੍ਰਦਾਨ ਵਿਪਰ ਮੈਨੂੰ ਡੰਡੌਤਾਂ ਕਰ ਰਹੇ ਨੇ, ਮੇਰੇ ਅੱਗੇ ਲੰਮੇ ਪੈ ਪੈ ਕੇ ਮੈਨੂੰ ਮੱਥਾ ਟੇਕ ਰਹੇ ਨੇ। ਨਾਮ 'ਚ ਇਹੋ ਹੀ ਤਾਕਤ ਹੈ।
ਜਿਹੜਾ ਵੀ ਨਾਮ ਜਪ ਲੈਂਦਾ ਉਹ ਮਹਾਨ ਹੋ ਜਾਂਦਾ ਹੈ, ਊਚ ਹੋ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਜੇਕਰ ਮੈਂ ਮਹਾਨ ਹੋ ਸਕਣਾ ਤੁਸੀਂ ਵੀ ਹੋ ਸਕਦੇ ਹੋ। ਆਓ ਮੇਰੇ ਨਾਮ ਨਾਲ ਜੁੜੋ, ਮੇਰੇ ਸ਼ਬਦ ਦੇ ਨਾਲ ਜੁੜੋ, ਉਪਦੇਸ਼ਾਂ ਦੇ ਨਾਲ ਜੁੜੋ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਅਸੀਂ ਵੀ ਜੇਕਰ ਗੁਰੂ ਜੀ ਦੇ ਉਪਦੇਸ਼ਾਂ ਦੇ ਨਾਲ ਜੁੜ ਜਾਵਾਂਗੇ ਨਾ, ਅਸੀਂ ਵੀ ਮਹਾਨ ਹੋ ਜਾਵਾਂਗੇ, ਅਸੀਂ ਵੀ ਉੱਚ ਹੋ ਜਾਵਾਂਗੇ। ਤੇ ਖਾਸ ਕਰਕੇ ਅਧਿਆਤਮਕਵਾਦ ਨਾਲ ਜ਼ਰੂਰ ਜੁੜਨਾ ਹੈ। ਅਧਿਆਤਮਕਵਾਦ ਨਾਲ ਜੁੜਨ ਕਰਕੇ ਹੀ ਸਾਡੇ 'ਚ ਸੁੱਧ ਬੁੱਧੀ ਆਂਦੀ ਹੈ, ਨਿਮਰਤਾ ਆਂਦੀ ਹੈ, ਦੀਨਤਾ ਆਂਦੀ ਹੈ, ਔਰ ਮੈਂ ਖਤਮ ਹੁੰਦੀ ਹੈ। ਜਦੋਂ ਸਾਡੇ 'ਚ ਪਵਿੱਤਰਤਾ ਆ ਜਾਏਗੀ, ਮਾਲਕ ਨੂੰ ਜਾਣਾਂਗੇ ਤੇ ਅਸੀਂ ਆਪਣੇ ਆਪ ਹੀ ਮਹਾਨ ਹੋ ਜਾਵਾਂਗੇ। ਸੋ ਅਸੀਂ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜ ਕੇ, ਉਹਨਾਂ ਦੇ ਸ਼ਬਦ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਮਹਾਨ ਬਣਾਉਣਾ। ਇਹ ਹੀ ਮਹਾਨ ਬਣਨ ਦਾ ਗੁਰੂ ਜੀ ਸਾਨੂੰ ਰਸਤਾ ਦੱਸ ਗਏ ਨੇ। ਸਤਿਗੁਰ ਕਿਰਪਾ ਕਰਨ ਤੁਹਾਨੂੰ ਸਭ ਨੂੰ ਆਪਣੇ ਸ਼ਬਦ ਦੇ ਨਾਲ ਜੋੜੀ ਰੱਖਣ। ਇਸੇ ਤਰ੍ਹਾਂ ਤੁਸੀਂ ਸ਼ਬਦ ਦੇ ਨਾਲ ਜੁੜੇ ਰਹੋ ਔਰ ਆਪਣੇ ਜੀਵਨ ਨੂੰ ਮਹਾਨ ਬਣਾਓ ਔਰ ਸਫਲ ਬਣਾਓ। ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ, ਜੈ ਗੁਰੂ ਰਵਿਦਾਸ। ਗੁਰੂ ਪਿਆਰੀ ਸਾਧ ਸੰਗਤ ਜੀਓ, ਬੇਨਤੀ ਹੈ ਕਿ ਡੇਰੇ ਦੇ ਕਾਫੀ ਸਾਰੇ ਕੰਮ ਹੁੰਦੇ ਨੇ। ਇਤਨੇ ਵੱਡੇ ਤੁਸੀਂ ਕੰਪਲੈਕਸ ਬਣਾਏ, ਇਹਨਾਂ ਦੀ ਹੁਣ ਸੰਭਾਲ ਵੀ ਬਹੁਤ ਜ਼ਰੂਰੀ ਹੈ। ਤੇ ਜਦੋਂ ਵੀ ਟਾਈਮ ਮਿਲੇ ਥੋੜੀ ਬਹੁਤੀ ਸੇਵਾ ਵਾਸਤੇ ਜ਼ਰੂਰ ਆਇਆ ਕਰੋ। ਅੱਜ ਵੀ ਜਿਨ੍ਹਾਂ ਕੋਲ ਸਮਾਂ ਹੋਵੇ, ਵਿਸਾਖੀ ਦੇ ਭੰਡਾਰੇ ਤੋਂ ਪਹਿਲਾਂ ਲੰਗਰ ਘਰ ਜਿਹੜਾ ਹੈ ਉਹ ਚੇਂਜ ਕਰਨਾ ਹੈ। ਉੱਥੇ ਥੋੜੀ ਬਹੁਤਾ ਮਿੱਟੀ ਉੱਚੀ ਨੀਵੀਂ ਹੈ, ਉਹਨੂੰ ਠੀਕ ਕਰਨਾ। ਤੇ ਬੇਨਤੀ ਹੈ ਕਿ ਆਪ ਜਿੰਨਾ ਕਿ ਸਮਾਂ ਹੋਵੇ ਉਹ ਸੇਵਾ 'ਚ ਜ਼ਰੂਰ ਦੇਣਾ ਹੋਵੇਗਾ। ਔਰ ਇਹਦੇ ਨਾਲ ਹੀ ਜਦੋਂ ਵੀ ਟਾਈਮ ਮਿਲੇ ਆਪ ਸੇਵਾ ਲਈ ਸਾਮਾਨ ਜ਼ਰੂਰ ਕੱਢਿਆ ਕਰੋ। ਤੇ ਨਾਲ ਹੀ ਜਿਹੜੇ ਪੇਂਟਰ ਨੇ ਉਹਨਾਂ ਨੂੰ ਬੇਨਤੀ ਹੈ, ਚਾਹੇ ਸਤਸੰਗ ਚਾਹੇ ਨੇ ਚਾਹੇ ਘਰਾਂ 'ਚ ਸੁਣ ਰਹੇ ਨੇ, ਉਹ ਜ਼ਰੂਰ ਟਾਈਮ ਕੱਢ ਕੇ ਸਤਸੰਗ 'ਚ ਆਪਣੇ ਟਾਈਮ ਕੱਢ ਕੇ ਇਹ ਪੇਂਟਰ ਦੀ ਸੇਵਾ, ਜੋ ਬਿਲਡਿੰਗਾਂ ਨੂੰ ਹੁਣ ਦੁਬਾਰਾ ਪੇਂਟ ਹੋਣ ਵਾਲਾ ਹੋ ਗਿਆ, ਉਹਨਾਂ ਨੂੰ ਪੇਂਟ ਕੀਤਾ ਜਾਏ। ਜਿਹੜੇ ਵੀ ਪੇਂਟਰ ਨੇ ਉਹ 2-2 4-4 ਦਿਹਾੜੀਆਂ ਕੱਢ ਕੇ ਇਹ ਕਾਰ ਸੇਵਾ 'ਚ ਜ਼ਰੂਰ ਆਪਣਾ ਯੋਗਦਾਨ ਪਾਉਣ। ਫਿਰ ਤੋਂ ਦਾਸ ਵੱਲੋਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ, ਜੈ ਗੁਰੂ ਰਵਿਦਾਸ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਰਲ ਕੇ ਗੁਰੂ ਜੀ ਦੀ ਆਰਤੀ ਕਰ ਲਈਏ। ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਛੁਟੇ ਸਗਲ ਪਸਾਰੇ। ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਛੁਟੇ ਸਗਲ ਪਸਾਰੇ। ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ, ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ। ਨਾਮ ਤੇਰਾ ਕੇਸਰੋ ਲੈ ਸਿਟਕਾਰੀ, ਹਰ ਕੇ ਨਾਮ ਬਿਨ ਛੁਟੇ ਸਗਲ ਪਸਾਰੇ। ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ, ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ। ਕਸ ਜਪੇ ਨਾਮ ਲੈ ਤੁਝੇ ਕੋ ਚਾਰੀ, ਹਰ ਕੇ ਨਾਮ ਬਿਨ ਛੁਟੇ ਸਗਲ ਪਸਾਰੇ।
ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰੀ ਹਰ ਕੇ ਨਾਮ ਬਿਨ ਛੁਟ ਸਗਲ रे नाम तेरे की जोत लगाई नाम तेरे की जोत लगाई पैयो जियारो पवन सगलारे हर के नाम बिन छूटे सगल पसारे नाम तेरो तागा नाम फूल माला नाम तेरो तागा नाम फूल माला पारे 18 सगल जोटारे हर के नाम बिन छूटे पसारे तेरो किया तुझे क्या अर्पो तेरो किया तुझे क्या अर्पो नाम तेरा तो ही चवर टोलारी हर के नाम बिन छूट सगल पसारे 10 8 8 सटे चारे खानी 10 8 8 सटे चारे खानी यह बर्तन है सगल संसारी हर के नाम बिन छूटे सगल रे कहे रवदास नाम तेरो आरती कहे रवदास नाम तेरो आरती सत नाम है हर भोग तोहारी हर के नाम बिन छूटे सगल पसारे नाम तेरो आरती मजन मोरारे हर के नाम बिन छूटे सगल पसारे हर के नाम बिन छूटे सगल पसारे अरदास रविदास नाम का जगत में झंडा गड़ाया पार पाप पुरुष सब थक गए जिसे न परया रविदास नाम का जगत में सूरज चमक रहा उपदेश लिया जिस गुरु से हृदय दम करया रविदास नाम इस जगत में है लालन के लाल प्राप्त उनको है सही सतगुरु जिन पर श्वास जाए परवाह न करो पुन पुन लायो बाक भगत जान वैराग की तरो अपना हाथ विनती करो हाथ जोड़ के सुनो गुरु रविदास कृपा कीजिए दास पे करो बोध पर काश सोहंग नाम जहाज है चढ़े से उतरे पार जो शरदा कर सीध सतगुरु पारी उतारन
नमस्कार गुरुदेव को जुग जुग तारन हार चिता चमा ऋषि वाल्मीक जी नाम देव कुल तार नाम देव कुल तार जुगा जुग तारा भगत कबीर जैन बहादुर सैन की सामोक ऋषि बलवीर रंका वंका पिलड़ी भगत बिठारन लो लंगर चलती रहे करो काम को रास जिया जंत परिवार का रहे नाम से ध्यान गुरु रविदास ऋषि वाल्मीक जी सदा करे कल्याण जिया जंत परिवार का रहे नाम से ध्यान गुरु रविदास ऋषि वाल्मीक जी सदा करे कल्याण श्लोक हर्षो हीरा साधिक करे आन की आस तैनर दूज के जाएंगे सतवा कै रविदास ऐसा चाहो राज में जहाँ मिले अन्न छोट बड़ो सब संबसे रविदास